ਨੰਦ ਚੰਦ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਸਿਆ ਕਿ ਸਾਰੇ ਰਾਜਿਆਂ ਦੀ ਸਲਾਹ ਨਾਲ ਫਤਿਹ ਸ਼ਾਹ ਤੁਹਾਡੇ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ ਹੈ। ਤੁਸੀਂ ਵੀ ਆਪਣੇ ਦਲ ਨੂੰ ਸਾਵਧਾਨ ਕਰ ਦਿਓ, ਫਤਿਹ ਸ਼ਾਹ ਪਹੁੰਚਣ ਹੀ ਵਾਲਾ ਹੈ। ਸਾਰੇ ਪਹਾੜੀ ਰਾਜਿਆਂ ਦੀ ਸੈਨਾ ਉਸਨੇ ਇਕੱਠੀ ਕਰ ਲਈ ਹੈ। ਸਤਿਗੁਰੂ ਜੀ ਨੇ ਗਰਜ ਕੇ ਕਿਹਾ ਕਿ ਸਾਡਾ ਰਾਖਾ ਅਕਾਲ ਪੁਰਖ ਹੈ, ਅਸੀਂ ਸ਼ਤਰੂਆਂ ਦੇ ਖੂਨ ਦੀਆਂ ਨਦੀਆਂ ਵਹਾ ਦਿਆਂਗੇ। ਅਸੀਂ ਐਸੇ ਭਿਆਨਕ ਬਾਣ ਛੱਡਾਂਗੇ ਜਿਹੜੇ ਵੈਰੀਆਂ ਨੂੰ ਚੀਰ ਕੇ ਪਾਰ ਲੰਘ ਜਾਣਗੇ। ਫਿਰ ਗੁਰੂ ਜੀ ਨੇ ਵੀ ਜੰਗ ਦੀ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ। ਦਇਆ ਰਾਮ ਪੁਰੋਹਿਤ ਨੇ ਕਿਹਾ, ਪ੍ਰਭੂ ਜੀ ਸੁਣੋ, ਆਪ ਜੀ ਨਾਲ ਜੰਗ ਕਰਨ ਵਾਸਤੇ ਇਹ ਰਾਜੇ ਤਿਆਰ ਹੋਏ ਹਨ। ਭੀਮ ਚੰਦ ਕਹਿਲੂਰੀਆ ਹੈ, ਜਿਸ ਨਾਲ ਬਹੁਤ ਭਾਰੀ ਫੌਜ ਹੈ। ਕਟੋਚੀਆ ਕਿਰਪਾਲ ਚੰਦ ਹੈ। ਗੁਲੇਰੀਆ ਗੋਪਾਲ ਚੰਦ, ਇਹਨਾਂ ਦੋਹਾਂ ਨੇ ਬਹੁਤ ਯੋਧੇ ਇਕੱਠੇ ਕੀਤੇ ਹੋਏ ਹਨ। ਰਾਜਾ ਹੰਡੂਰੀਆ ਅਤੇ ਜੱਸੋਵਾਲੀਆ ਹਨ, ਇਹਨਾਂ ਨਾਲ ਵੀ ਬਹੁਤ ਯੋਧੇ ਹਨ। ਇਹ ਸਾਰੇ ਹੀ ਫਤਿਹ ਸ਼ਾਹ ਨੂੰ ਅੱਗੇ ਲਾ ਕੇ ਤੁਹਾਡੇ ਨਾਲ ਪੌਂਟੇ ਆਣ ਕੇ ਜੰਗ ਕਰਨ ਵਾਸਤੇ ਤਿਆਰ ਹਨ। ਪਰ ਇਹ ਗੱਲ ਚੰਗੀ ਨਹੀਂ ਹੋਵੇਗੀ ਕਿ ਸਾਡਾ ਨਗਰ ਲੜਾਈ ਦਾ ਅਖਾੜਾ ਬਣ ਜਾਵੇ। ਇਸ ਵਾਸਤੇ ਪਹਾੜੀਆਂ ਨਾਲ ਟੱਕਰ ਲੈਣ ਵਾਸਤੇ ਸਾਨੂੰ ਪੌਂਟੇ ਤੋਂ ਦੂਰ ਜਾ ਕੇ ਅੱਗੇ ਵੈਰੀ ਦਾ ਰਾਹ ਰੋਕ ਲੈਣਾ ਚਾਹੀਦਾ ਹੈ। ਦਇਆ ਰਾਮ ਦੀ ਇਹ ਵਿਉਂਤ ਸੁਣ ਕੇ ਗੁਰੂ ਜੀ ਨੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਫਰਮਾਇਆ ਕਿ ਮਹਾਭਾਰਤ ਦੇ ਦਰੋਣਾਚਾਰਜ ਵਾਂਗੂ ਇਹ ਸਭ ਤੋਂ ਸ੍ਰੇਸ਼ਟ ਨੀਤੀਵਾਨ ਯੋਧਾ ਹੈ। ਰਣ ਦਾ ਝੰਡਾ ਅਸੀਂ ਅੱਗੇ ਜਾ ਕੇ ਉਸ ਮੈਦਾਨ ਵਿੱਚ ਗੱਡਾਂਗੇ ਜਿੱਥੇ ਵੈਰੀ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਸਹੂਲਤ ਹੋਵੇ। ਅਸੀਂ ਭਿਆਨਕ ਜੰਗ ਕਰਕੇ ਪਹਾੜੀ ਵੈਰੀਆਂ ਦੇ ਛੱਕੇ ਛੁਡਾ ਦੇਵਾਂਗੇ। ਮਾਮਾ ਕਿਰਪਾਲ ਚੰਦ ਨੇ ਕਿਹਾ, ਭੰਗਾਣੀ ਦਾ ਮੈਦਾਨ ਇਸ ਕੰਮ ਵਾਸਤੇ ਬਹੁਤ ਚੰਗਾ ਹੈ। ਉਹੀ ਰਸਤਾ ਵੈਰੀ ਦੇ ਆਉਣ ਦਾ ਹੈ। ਇੱਥੋਂ ਪੌਂਟੇ ਤੋਂ 6 ਕੋ ਦੂਰ ਹੈ। ਫਤਿਹ ਸ਼ਾਹ ਨਾਲ ਜੰਗ ਕਰਨ ਵਾਸਤੇ ਗੁਰੂ ਜੀ ਦੇ ਦਲ ਵਿੱਚ ਬਹੁਤ ਉਤਸ਼ਾਹ ਹੋ ਗਿਆ। ਸਭ ਨੇ ਆਪੋ ਆਪਣੇ ਸ਼ਸਤਰ ਤਿਆਰ ਕਰ ਲਏ ਅਤੇ ਬੜੇ ਉਤਸ਼ਾਹ ਨਾਲ ਮਾਰਾ ਬਕਾਰਾ, ਦੁਸ਼ਮਣ ਨੂੰ ਫੜ ਲਓ, ਮਾਰ ਦਿਓ ਅਤੇ ਭਜਾ ਦਿਓ ਆਦਿ ਦੇ 4 ਚੁਫੇਰੇ ਨਾਅਰੇ ਲੱਗਣ ਲੱਗੇ। ਸਤਿਗੁਰੂ ਜੀ ਨੇ ਆਪਣੇ ਯੋਧਿਆਂ ਨੂੰ ਉਤਸ਼ਾਹ ਦੇ ਕੇ ਤਿਆਰ ਕਰ ਦਿੱਤਾ। ਉਧਰ ਪਹਾੜੀ ਰਾਜਿਆਂ ਨੇ ਜਦ ਸੁਣਿਆ ਕਿ ਗੁਰੂ ਜੀ ਦੇ ਯੋਧੇ ਸਾਡੇ ਆਦਮੀਆਂ ਨੂੰ ਮਾਰ ਕੁੱਟ ਕੇ ਘਾਟਾ ਲੰਘ ਕੇ ਤੰਬੋਲ ਸਹੀ ਸਲਾਮਤ ਲੈ ਗਏ ਹਨ ਤਾਂ ਉਹ ਬੜੇ ਸ਼ਰਮਸਾਰ ਹੋਏ। ਭੀਮ ਚੰਦ ਨੇ ਗੁੱਸੇ ਨਾਲ ਆਪਣੇ ਆਦਮੀਆਂ ਨੂੰ ਸੰਬੋਧਨ ਕਰਕੇ ਆਖਿਆ, ਗਧੇ ਮਾਂ ਕੋਲ ਸੁੱਤੇ ਰਹੇ, ਅੱਗੋਂ ਹੋ ਕੇ ਲੜੇ ਨਹੀਂ। ਜੇ ਤਕੜੇ ਹੋ ਕੇ ਘਾਟਾ ਰੋਕ ਕੇ ਲੜਦੇ ਤਾਂ ਸਭ ਨੂੰ ਥਾਂ ਮਾਰ ਕੇ ਸਭ ਕੁਝ ਖੋਹ ਲੈਣਾ ਸੀ। ਭੀਮ ਚੰਦ ਨੇ ਆਪਣਾ ਮੰਤਰੀ ਰਾਜਾ ਫਤਿਹ ਸ਼ਾਹ ਪਾਸ ਭੇਜ ਕੇ ਆਖਿਆ ਕਿ ਤਕੜਾ ਹੋ ਕੇ ਗੁਰੂ ਜੀ ਨਾਲ ਜੰਗ ਲੜੇ, ਢਿੱਲ ਕਰਨੀ ਚੰਗੀ ਨਹੀਂ ਹੈ। ਇਸ ਵੇਲੇ ਸਾਰੇ ਰਾਜਿਆਂ ਦੀ ਫੌਜ ਵੀ ਜੋ ਵਿਆਹ ਦੇ ਬਹਾਨੇ ਇਕੱਠੀ ਹੋਈ ਹੈ ਨਾਲ ਲੈ ਲਵੋ ਅਤੇ ਗੁਰੂ ਜੀ ਨੂੰ ਜੰਗ ਕਰਕੇ ਆਪਣੇ ਦੇਸ਼ ਵਿੱਚੋਂ ਕੱਢ ਦਿਓ। ਭੀਮ ਚੰਦ ਦੀ ਮਰਜ਼ੀ ਅਨੁਸਾਰ ਰਾਜਾ ਫਤਿਹ ਸ਼ਾਹ ਗੁਰੂ ਜੀ ਨਾਲ ਜੰਗ ਕਰਨ ਵਾਸਤੇ ਆਪਣੀ ਸੈਨਾ ਨੂੰ ਤਿਆਰ ਕਰਕੇ ਧੌਂਸੇ ਧੁੰਘਾਰਦਾ ਹੋਇਆ ਬੜੇ ਜ਼ੋਰ ਸ਼ੋਰ ਨਾਲ ਪੌਂਟੇ ਸਾਹਿਬ ਨੂੰ ਚੜ੍ਹ ਆਇਆ। ਜਦ ਫਤਿਹ ਸ਼ਾਹ ਦੇ ਚੜ੍ਹਾਈ ਕਰਕੇ ਆਉਣ ਦੀ ਸੂਈਏ ਨੇ ਖਬਰ ਦਿੱਤੀ ਤਾਂ ਗੁਰੂ ਜੀ ਦੇ ਸੂਰਮੇ ਯੋਧਿਆਂ ਨੂੰ ਚਾਅ ਚੜ੍ਹ ਗਿਆ। ਪਰ ਜਿਹੜੇ ਕਾਇਰ ਸਨ ਉਹ ਡਰ ਨਾਲ ਕੰਬਣ ਲੱਗ ਪਏ। 500 ਪਠਾਨ ਜਿਹੜੇ ਬੁੱਧੂ ਸ਼ਾਹ ਨੇ ਗੁਰੂ ਜੀ ਪਾਸ ਨੌਕਰ ਰਖਾਏ ਸਨ, ਉਹ ਮਿਲ ਕੇ ਵਿਚਾਰਨ ਲੱਗੇ ਕਿ ਪਹਾੜੀ ਰਾਜਿਆਂ ਦੀ ਫੌਜ ਗੁਰੂ ਜੀ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਹੈ। ਗੁਰੂ ਜੀ ਪਾਸੋਂ ਤਾਂ ਸਾਡਾ ਡੇਰਾ ਹੀ ਵੱਡਾ ਹੈ, ਇਸ ਕਰਕੇ ਸਾਡੇ ਉੱਤੇ ਹੀ ਜੰਗ ਦਾ ਬਹੁਤਾ ਭਾਰ ਪਵੇਗਾ। ਸਾਡੀ ਕੌਮ ਬਹਾਦਰਾਂ ਦੀ ਕੌਮ ਹੈ, ਇਸ ਕਰਕੇ ਗੁਰੂ ਜੀ ਸਾਨੂੰ ਆਦਰ ਸਤਿਕਾਰ ਨਾਲ ਰੱਖਦੇ ਹਨ। ਹੋਰ ਜੋ ਗੁਰੂ ਜੀ ਪਾਸ ਥੋੜੀ ਜਿਹੀ ਫੌਜ ਹੈ ਉਹ ਤਾਂ ਸ਼ਸਤਰ ਚਲਾਉਣ ਦੀ ਗੱਲ ਵੀ ਨਹੀਂ ਜਾਣਦੇ, ਸੇਵਾ ਆਦਿ ਦਾ ਕੰਮ ਹੀ ਕਰਨ ਜੋਗੇ ਹਨ। ਜਦੋਂ ਇਹਨਾਂ ਨੇ ਰਾਜਿਆਂ ਦੀ ਸ਼ਸਤਰਧਾਰੀ ਵੱਡੀ ਸੈਨਾ ਵੇਖੀ ਉਦੋਂ ਹੀ ਇਹ ਡਰ ਕੇ ਭੱਜ ਜਾਣਗੇ। ਸਾਨੂੰ ਹੀ ਲੜਨਾ ਮਰਨਾ ਪਵੇਗਾ। ਸਾਡੇ ਆਪਣੇ ਨਿੱਜੀ ਘੋੜੇ ਵੀ ਮਰ ਜਾਣਗੇ। ਫਿਰ ਗੁਰੂ ਜੀ ਖਬਰੇ ਹੋਰ ਘੋੜੇ ਸਾਨੂੰ ਦੇਣਗੇ ਜਾਂ ਨਹੀਂ। ਇਸ ਕਰਕੇ ਸਾਨੂੰ ਜੰਗ ਤੋਂ ਪਹਿਲਾਂ ਹੀ ਛੁੱਟੀ ਲੈ ਕੇ ਚਲੇ ਜਾਣਾ ਚਾਹੀਦਾ ਹੈ। ਜੇ ਜੰਗ ਸਮੇਂ ਭੱਜਾਂਗੇ ਤਾਂ ਨਿੰਦਿਆ ਹੋਵੇਗੀ। ਪਠਾਣਾ ਨੇ ਜਦ ਇਹ ਸਲਾਹ ਕੀਤੀ ਤਾਂ ਉਹਨਾਂ ਦੇ ਸਰਦਾਰ ਕਾਲੇ ਖਾਂ ਨੇ ਕਿਹਾ ਕਿ ਜੇ ਲੋੜ ਪੈਣ ਸਮੇਂ ਗੁਰੂ ਜੀ ਨੂੰ ਛੱਡ ਕੇ ਚਲੇ ਜਾਓਗੇ ਤਾਂ ਇਹ ਗੱਲ ਚੰਗੀ ਨਹੀਂ ਹੋਵੇਗੀ। ਨਮਕ ਹਰਾਮ ਹੋ ਕੇ ਆਪਣੇ ਈਮਾਨ ਨੂੰ ਵੱਟਾ ਲਾਓਗੇ। ਲੜਨ ਵਾਸਤੇ ਹੀ ਤਾਂ ਸਾਨੂੰ ਗੁਰੂ ਜੀ ਨੇ ਨੌਕਰ ਰੱਖਿਆ ਸੀ, ਪਰ ਜੇ ਲੜਾਈ ਦਾ ਸਮਾਂ ਵੇਖ ਕੇ ਭੱਜ ਜਾਣ ਦੀ ਗੱਲ ਸੋਚੋਗੇ ਤਾਂ ਪਠਾਣਾ ਦੀ ਇੱਜ਼ਤ ਗਵਾ ਦਿਓਗੇ। ਅੱਗੇ ਤੋਂ ਤੁਸਾਂ ਉੱਤੇ ਕੋਈ ਭਰੋਸਾ ਨਹੀਂ ਕਰੇਗਾ। ਭੀਖਣ ਖਾਂ ਸਰਦਾਰ ਨੇ ਕਾਲੇ ਖਾਂ ਨੂੰ ਆਖਿਆ, ਈਮਾਨ ਨੂੰ ਤੂੰ ਕੋਲ ਰੱਖ, ਅਸੀਂ ਨਾਹਕ ਜਾਨ ਨਹੀਂ ਗਵਾਉਣੀ ਚਾਹੁੰਦੇ। ਇਹ ਗੱਲਬਾਤ ਕਰਕੇ ਭੀਖਣ ਖਾਂ, ਹਯਾਤ ਖਾਂ ਅਤੇ ਨਜ਼ਾਬਤ ਖਾਂ ਤਿੰਨੇ ਸਰਦਾਰ 50 ਕੁ ਹੋਰ ਪਠਾਣਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਚਲੇ ਗਏ। ਭੀਖਣ ਖਾਂ ਨੇ ਅਗਵਾਈ ਕਰਕੇ ਕਿਹਾ, ਗੁਰੂ ਜੀ ਸਾਨੂੰ ਘਰਾਂ ਤੋਂ ਸੁਨੇਹੇ ਆਏ ਹਨ ਕਿ ਛੇਤੀ ਘਰ ਪਹੁੰਚ ਜਾਓ।
ਘਰਾਂ ਵਿੱਚ ਲੜਕੇ ਲੜਕੀਆਂ ਦੇ ਨਿਕਾਹ ਹਨ, ਇਸ ਕਰਕੇ ਸਾਨੂੰ ਛੁੱਟੀ ਦਿੱਤੀ ਜਾਵੇ। ਸਾਡੇ ਗਿਆਨ ਤੋਂ ਬਿਨਾਂ ਕੰਮ ਨਹੀਂ ਸੌਰ ਸਕਦੇ। ਸਾਡਾ ਹਿਸਾਬ ਕਰਕੇ ਸਾਨੂੰ ਪੈਸੇ ਦੇ ਦਿਓ। ਘਰਾਂ ਦੇ ਕੰਮ ਕਰਕੇ ਅਸੀਂ ਫੇਰ ਹਾਜ਼ਰ ਹੋ ਜਾਵਾਂਗੇ। ਪਠਾਣਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਦੀ ਖੁਟਿਆਈ ਜਾਣ ਲਈ, ਪਰ ਫਿਰ ਵੀ ਧੀਰਜ ਦੇਣ ਵਾਸਤੇ ਕਿਹਾ, ਐ ਪਠਾਣੋ, ਤੁਸੀਂ ਬੜੇ ਬਹਾਦਰ ਹੋ, ਤੁਹਾਨੂੰ ਤਨਖਾਹਾਂ ਦੇ ਕੇ ਆਪਣੇ ਪਾਸ ਬੜੀ ਚੰਗੀ ਤਰ੍ਹਾਂ ਰੱਖਿਆ ਹੋਇਆ ਹੈ। ਹੁਣ ਜਦ ਦੁਸ਼ਮਣ ਜੰਗ ਕਰਨ ਆ ਰਿਹਾ ਹੈ ਤਾਂ ਤੁਹਾਡਾ ਛੁੱਟੀ ਲੈਣ ਦਾ ਸਮਾਂ ਠੀਕ ਨਹੀਂ ਹੈ। ਲੜਾਈ ਕਰਕੇ ਵੈਰੀ ਤੇ ਫਤਿਹ ਪਾ ਕੇ ਫਿਰ ਘਰਾਂ ਨੂੰ ਬੱਚਿਆਂ ਦੇ ਨਿਕਾਹ ਕਰਨ ਚਲੇ ਜਾਣਾ। ਅਸੀਂ ਤੁਹਾਨੂੰ ਚੰਗੀ ਤਰ੍ਹਾਂ ਮਾਣ ਵਡਿਆਈ ਦੇ ਕੇ ਤੋਰਾਂਗੇ। ਹਯਾਤ ਖਾਂ ਤੇ ਨਜ਼ਾਬਤ ਖਾਂ ਨੇ ਕਿਹਾ, ਗੁਰੂ ਜੀ ਤੁਸੀਂ ਸੱਚ ਕਹਿੰਦੇ ਹੋ, ਪਰ ਜੇ ਅਸੀਂ ਇਸ ਵੇਲੇ ਘਰ ਨਾ ਜਾਈਏ ਤਾਂ ਸਾਡੀ ਰਹਿ ਨਹੀਂ ਆਉਂਦੀ, ਇਸ ਕਰਕੇ ਛੁੱਟੀ ਬਖਸ਼ੋ। ਸਤਿਗੁਰੂ ਜੀ ਨੇ ਕਿਹਾ, ਜੇ ਤੁਹਾਡਾ ਰੋਜ਼ਾਨਾ ਥੋੜਾ ਹੈ ਤਾਂ ਅਸੀਂ 5 ਗੁਣਾ ਹੋਰ ਵਧਾ ਦਿੰਦੇ ਹਾਂ, ਪਰ ਤੁਸੀਂ ਅਜੇ ਨਾ ਜਾਓ। ਇਸ ਤਰ੍ਹਾਂ ਗੁਰੂ ਜੀ ਨੇ ਬਹੁਤ ਲਾਲਚ ਵੀ ਵਧਾ ਦਿੱਤਾ ਅਤੇ ਇਹ ਵੀ ਸਮਝਾਇਆ ਕਿ ਮਾਲਕ ਦਾ ਨਮਕ ਹਰਾਮ ਕਰਨ ਵਾਲੇ ਦਾ ਅਤੇ ਰਣ ਤੋਂ ਡਰ ਕੇ ਭੱਜਣ ਵਾਲੇ ਦਾ ਇੱਥੇ ਅਪਜਸ ਹੁੰਦਾ ਹੈ ਅਤੇ ਪਰਲੋਕ ਵਿੱਚ ਨਰਕ ਮਿਲਦਾ ਹੈ। ਕਾਇਰ ਨੂੰ ਜਗਤ ਵਿੱਚ ਫਟਕਾਰਾਂ ਪੈਂਦੀਆਂ ਹਨ ਅਤੇ ਉਹਨਾਂ ਦਾ ਮਾਂਸ ਕਾਂ ਕੁੱਤੇ ਵੀ ਨਹੀਂ ਖਾਂਦੇ। ਪਰ ਪਠਾਨ ਕਿਸੇ ਤਰ੍ਹਾਂ ਵੀ ਸਮਝਾਏ ਨਾ ਸਮਝੇ ਅਤੇ ਛੁੱਟੀ ਵਾਸਤੇ ਹੀ ਅੜ ਰਹੇ। ਇਹਨਾਂ ਦੀ ਜਿੱਦ ਵੇਖ ਕੇ ਮਾਮਾ ਕਿਰਪਾਲ ਨੇ ਗੁਰੂ ਜੀ ਨੂੰ ਕਿਹਾ, ਤੁਸੀਂ ਇਹਨਾਂ ਮਲੇਛਾਂ ਦਾ ਪਿੱਛਾ ਨਾ ਕਰੋ, ਇਹਨਾਂ ਮਲੇਛਾਂ ਨੂੰ ਦੂਰ ਕਰ ਦਿਓ। ਸਤਿਗੁਰੂ ਜੀ ਨੇ ਮਾਮਾ ਜੀ ਦੀ ਗੱਲ ਸੁਣ ਕੇ ਪਠਾਣਾਂ ਨੂੰ ਕਿਹਾ, ਜਾਓ ਮੂਰਖ, ਭੱਜ ਜਾਓ, ਜੋ ਅਕਾਲ ਪੁਰਖ ਕਰੇਗਾ ਉਹੀ ਹੋਵੇਗਾ। ਸਾਨੂੰ ਤੁਰਕਾਂ ਉੱਤੇ ਕੋਈ ਭਰੋਸਾ ਨਹੀਂ ਰਿਹਾ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਭੀਖਨ ਖਾਨ, ਨਜਾਬਤ ਖਾਨ ਅਤੇ ਹਯਾਤ ਖਾਨ ਤਿੰਨੇ ਸਰਦਾਰ ਆਪਣੇ ਡੇਰੇ ਆ ਗਏ। ਡੇਰੇ ਬੈਠ ਕੇ ਸਭ ਨੇ ਸਲਾਹ ਕੀਤੀ ਕਿ ਗੁਰੂ ਜੀ ਪਾਸ ਬੜਾ ਵੱਡਾ ਖਜ਼ਾਨਾ ਹੈ, ਚੰਗਾ ਹੋਵੇ ਕਿ ਅਸੀਂ ਪਹਾੜੀਆਂ ਨਾਲ ਰਲ ਜਾਈਏ ਤੇ ਉਹਨਾਂ ਪਾਸੋਂ ਪਹਿਲਾਂ ਹੀ ਲਿਖਵਾ ਲਈਏ ਕਿ ਜੋ ਕੁਝ ਅਸੀਂ ਲੁੱਟ-ਪੁੱਟ ਕਰੀਏ ਉਹ ਸਾਨੂੰ ਮਾਫ ਕਰ ਦਿੱਤੀ ਜਾਵੇ। ਫਿਰ ਅਸੀਂ ਉਹਨਾਂ ਨਾਲ ਮਿਲ ਕੇ ਗੁਰੂ ਜੀ ਨੂੰ ਹਾਰ ਦੇ ਕੇ ਉਹਨਾਂ ਦਾ ਖਜ਼ਾਨਾ ਲੁੱਟ ਲਈਏ। ਪਹਾੜੀ ਅੱਗੇ ਹੋ ਕੇ ਲੜਨ ਮਰਨਗੇ, ਅਸੀਂ ਉਹਨਾਂ ਦੇ ਪਿੱਛੇ ਵੇਖਦੇ ਰਹਾਂਗੇ। ਜੇ ਪਹਾੜੀਆਂ ਨੇ ਗੁਰੂ ਜੀ ਨੂੰ ਭਾਂਜ ਪਾ ਦਿੱਤੀ ਤਾਂ ਅਸੀਂ ਤਤਛਿਨ ਖਜ਼ਾਨਾ ਲੁੱਟ ਲਵਾਂਗੇ, ਪਰ ਜੇ ਪਹਾੜੀਆਂ ਨੂੰ ਭੱਜਣਾ ਪਿਆ ਤਾਂ ਸਭ ਤੋਂ ਅੱਗੇ ਭੱਜ ਜਾਵਾਂਗੇ। ਇਹ ਸਲਾਹ ਕਰਕੇ ਪਠਾਣਾਂ ਨੇ ਆਪਣੇ 5 ਸਵਾਰ ਰਾਜਾ ਫਤਿਹ ਸ਼ਾਹ ਪਾਸ ਭੇਜ ਦਿੱਤੇ। ਉਹਨਾਂ ਨੇ ਫਤਿਹ ਸ਼ਾਹ ਨੂੰ ਕਿਹਾ ਕਿ ਗੁਰੂ ਪਾਸ ਫੌਜ ਬਿਲਕੁਲ ਥੋੜੀ ਹੈ, ਸਾਡੇ ਉੱਤੇ ਉਹਨਾਂ ਦਾ ਜ਼ੋਰ ਸੀ, ਅਸੀਂ ਉਹਨਾਂ ਨੂੰ ਛੱਡ ਕੇ ਤੁਹਾਡੇ ਵੱਲ ਹੋ ਕੇ ਉਹਨਾਂ ਨਾਲ ਲੜਾਂਗੇ, ਪਰ ਅਸੀਂ ਤੁਹਾਡੇ ਪਾਸੋਂ ਹੋਰ ਕੁਝ ਨਹੀਂ ਚਾਹੁੰਦੇ। ਤੁਸੀਂ ਸਾਨੂੰ ਕੇਵਲ ਲੁੱਟ ਮਾਫ ਕਰ ਦਿਓ, ਅਸੀਂ ਆਪਣੇ ਜ਼ੋਰ ਨਾਲ ਗੁਰੂ ਪਾਸੋਂ ਧਨ ਲਵਾਂਗੇ। ਪਠਾਣਾਂ ਦੀ ਇਹ ਗੱਲ ਸੁਣ ਕੇ ਫਤਿਹ ਸ਼ਾਹ ਖੁਸ਼ੀ ਨਾਲ ਫੁੱਲ ਗਿਆ। ਉਸਨੇ ਸੋਚਿਆ ਕਿ ਜਦ ਗੁਰੂ ਜੀ ਦੀ ਆਪਣੀ ਸੈਨਾ ਹੀ ਮੇਰੇ ਨਾਲ ਆਣ ਮਿਲੀ ਹੈ ਤਾਂ ਹੁਣ ਮੈਨੂੰ ਸੌਖੀ ਹੀ ਫਤਿਹ ਮਿਲ ਜਾਵੇਗੀ। ਜੋ ਕੰਮ ਸਾਰੇ ਰਾਜੇ ਨਾ ਕਰ ਸਕੇ ਉਹ ਮੈਂ ਇਕੱਲਾ ਹੀ ਕਰ ਲਵਾਂਗਾ ਅਤੇ ਮੇਰਾ ਜਸ ਸਾਰੇ ਪਾਸੇ ਫੈਲ ਜਾਵੇਗਾ। ਫਤਿਹ ਸ਼ਾਹ ਨੇ ਇਸ ਵਿਚਾਰ ਅਨੁਸਾਰ ਝਟਪਟ ਹੀ ਕਾਗਜ਼ ਉੱਤੇ ਪਠਾਣਾਂ ਨੂੰ ਲਿਖ ਦਿੱਤਾ ਕਿ ਤੁਹਾਨੂੰ ਲੁੱਟ ਸਭ ਮਾਫ ਕੀਤੀ। ਹਾਂ, ਜੇ ਸਾਡੀ ਜਿੱਤ ਹੋ ਗਈ ਤਾਂ ਤੁਹਾਨੂੰ ਹੋਰ ਵੀ ਇਨਾਮ ਦੇਵਾਂਗੇ। ਇਸ ਤਰ੍ਹਾਂ ਪਠਾਣਾਂ ਨੇ ਲੋੜ ਪੈਣ ਉੱਤੇ ਗੁਰੂ ਜੀ ਨੂੰ ਧੋਖਾ ਦਿੱਤਾ ਤੇ ਉਹਨਾਂ ਨਾਲ ਗੱਦਾਰੀ ਕੀਤੀ। ਇਸ ਦਾ ਅਗਲਾ ਭਾਗ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।